ਸਤਿ ਸ਼੍ਰੀ ਅਕਾਲ ਦੋਸਤੋ। ਆਪਣੇ ਲੈਕਚਰ ਨੂੰ ਕੰਟੀਨਿਊ ਕਰਦੇ ਹਾਂ ਜੀ। ਦੇਖਦੇ ਹਾਂ ਜੀ ਰੇਡੀਏਸ਼ਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਪਾਅ। ਅਸੀਂ ਰੇਡੀਓ ਐਕਟਿਵ ਪੋਲਿਊਸ਼ਨ ਦੀ ਗੱਲ ਕੀਤੀ ਸੀ। ਦੇਖੋ ਜੀ, ਰੇਡੀਏਸ਼ਨ ਦੇ ਕੰਟੈਕਸਟ ਵਿੱਚ ਨਾ ਜਾਂ ਓਵਰਆਲ ਵੀ ਇਹ ਗੱਲ ਹੈਗੀ ਆ, ਪ੍ਰੋਟੈਕਸ਼ਨ ਇਜ਼ ਬੈਟਰ ਦੈਨ ਕਿਉਰ। ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। ਹੁਣ ਜੇ ਇੱਕ ਵਾਰੀ ਰੇਡੀਏਸ਼ਨ ਪੈ ਹੀ ਗਈਆਂ ਤੇ ਫਿਰ ਜੋ ਇਫੈਕਟ ਉਹਨੂੰ ਕਰਤਾ ਉਹਨੂੰ ਦੁਬਾਰਾ ਰਿਵਰਸ ਕਰਨਾ ਔਖਾ ਜੀ। ਤਾਂ ਇਸ ਕਰਕੇ ਕੋਸ਼ਿਸ਼ ਕਰੀਏ ਕਿ ਰੋਕਥਾਮ ਵਧੀਆ ਰੱਖੀਏ। ਇਹ ਹੋਵੇ ਕਿ ਰੇਡੀਏਸ਼ਨ ਪੈਣ ਹੀ ਨਾ, ਕਿਉਂਕਿ ਰੇਡੀਏਸ਼ਨ ਦੇ ਕਾਰਨ ਹੋਣ ਵਾਲੇ ਨੁਕਸਾਨ ਦਾ ਕੋਈ ਇਲਾਜ ਉਪਲਬਧ ਨਹੀਂ ਹੈ। ਇਸ ਲਈ ਇਹਨਾਂ ਦਾ ਕੰਟਰੋਲ ਜਾਂ ਨਿਯੰਤਰਣ ਉਪਾਵਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਕੰਟਰੋਲ ਮੈਜਰਸ 'ਤੇ ਧਿਆਨ ਦੇਣਾ ਚਾਹੀਦਾ ਹੈ। ਰੇਡੀਓ ਐਕਟਿਵ ਸਮੱਗਰੀ ਦੀ ਵਰਤੋਂ ਨਾਲ ਸੰਬੰਧਿਤ ਸਾਰੇ ਸੁਰੱਖਿਆ ਉਪਾਅ, ਸੇਫਟੀ ਮੈਜਰਸ ਆ ਜਿਹੜੇ, ਉਹ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਠੀਕ। ਨਿਊਕਲੀਅਰ ਰਹਿੰਦ ਖੂੰਹਦ, ਨਿਊਕਲੀਅਰ ਵੇਸਟ ਆ ਜਿਹੜਾ, ਅਜਿਹਾ ਮਟੀਰੀਅਲ ਜਿਹਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਆ, ਉਹਦਾ ਜਿਹੜਾ ਵੇਸਟ ਆ ਉਹਦੇ ਸੁਰੱਖਿਅਤ ਨਿਪਟਾਰੇ ਦੀ ਗੱਲ ਹੋਣੀ ਚਾਹੀਦੀ ਆ। ਪ੍ਰੋਪਰ ਡਿਸਪੋਜ਼ਲ, ਸੇਫਲੀ ਡਿਸਪੋਜ਼ਲ ਹੋਣਾ ਚਾਹੀਦਾ, ਉਹਦਾ ਸੁਰੱਖਿਅਤ ਨਿਪਟਾਰਾ ਹੋਣਾ ਚਾਹੀਦਾ ਆ। ਐਵੇਂ ਨਹੀਂ ਕਿ ਕਿਤੇ ਵੀ ਸਿੱਟਤਾ। ਪਰਮਾਣੂ ਹਥਿਆਰਾਂ 'ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਆ। ਪਰਮਾਣੂ ਧਮਾਕਿਆਂ ਜਾਂ ਬੰਬਾਂ ਦੀ ਟੈਸਟਿੰਗ 'ਤੇ ਰੋਕ ਹੋਣੀ ਚਾਹੀਦੀ ਆ। ਇਹਨਾਂ ਤੋਂ ਰੇਡੀਏਸ਼ਨਸ ਹੀ ਤਾਂ ਨਿਕਲਦੀਆਂ ਆ, ਹੈ ਨਾ, ਨਿਊਕਲੀਅਰ ਰੇਡੀਏਸ਼ਨਸ ਨਿਕਲਦੀਆਂ ਜੀ। ਪਰਮਾਣੂ ਰਿਐਕਟਰ, ਜਿੱਥੇ ਨਿਊਕਲੀਅਰ ਐਨਰਜੀ ਪ੍ਰੋਡਿਊਸ ਹੁੰਦੀ ਆ, ਉਹਨੂੰ ਕਹਿੰਦੇ ਜੀ ਨਿਊਕਲੀਅਰ ਰਿਐਕਟਰ ਜਾਂ ਪਰਮਾਣੂ ਰਿਐਕਟਰ। ਇਹਨਾਂ ਦੇ ਨੇੜੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਹੀ ਸੁਰੱਖਿਆ ਕਿੱਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਆ। ਇਹਨਾਂ ਨੂੰ ਕਿੱਟਾਂ ਜਿੱਦਾਂ ਮੰਨ ਲਓ ਇਹਦੇ ਸਰੀਰ ਦੇ ਉੱਤੇ ਪਾ ਲੈਣ, ਪ੍ਰੋਪਰ ਹੈਲਮਟ ਟਾਈਪ, ਪੂਰੀ ਬਾਡੀ ਨੂੰ ਕਵਰ ਕਰਕੇ ਰੱਖਣ ਜੀ। ਸੁਰੱਖਿਅਤ ਕਿੱਟਾਂ ਦਾ ਪ੍ਰਬੰਧ ਹੋਣਾ ਚਾਹੀਦਾ। ਤਾਂ ਜੇ ਕੋਈ ਗੜਬੜ ਹੋ ਜਾਏ ਤਾਂ ਉਹਦੀ ਅਕਾਊਂਟੇਬਿਲਟੀ ਤੈਅ ਹੋਣੀ ਚਾਹੀਦੀ ਆ ਵੀ ਕਿੱਥੇ ਗਲਤੀ ਹੋਈ, ਜਾਂ ਆਉਣ ਵਾਲੀ ਕੋਈ ਜੋ ਹੈ ਦੁਰਘਟਨਾ ਦੀ ਸੰਭਾਵਨਾ, ਉਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਆ ਵੀ ਭਾਈ ਆਹ ਅਥਾਰਟੀ ਰਿਸਪੌਂਸੀਬਲ ਆ। ਇਸ ਨਾਲ ਕੀ ਹੋਏਗਾ? ਇਸ ਨਾਲ ਸਿਸਟਮ ਹੋਰ ਮਜ਼ਬੂਤ ਹੋਏਗਾ। ਊਰਜਾ ਦੇ ਵਾਤਾਵਰਣ ਅਨੁਕੂਲ, ਮਤਲਬ ਐਨਵਾਇਰਮੈਂਟਲ ਫਰੈਂਡਲੀ ਵਾਤਾਵਰਣ ਦੇ ਨਾਲ ਜਿਹੜੇ ਅਨੁਕੂਲ ਆ, ਜਿੱਦਾਂ ਸੂਰਜ ਐਨਰਜੀ ਹੋ ਗਈ, ਵਿੰਡ ਐਨਰਜੀ ਹੋ ਗਈ, ਹੈ ਨਾ, ਉਹਨਾਂ ਸਰੋਤਾਂ ਦਾ ਜ਼ਿਆਦਾ ਵਿਕਾਸ ਕਰਨਾ ਚਾਹੀਦਾ ਆ ਤਾਂ ਕਿ ਸਾਨੂੰ ਨਿਊਕਲੀਅਰ ਐਨਰਜੀ ਉੱਤੇ ਇੰਨਾ ਡਿਪੈਂਡ ਨਾ ਰਹਿਣਾ ਪਵੇ। ਓਕੇ। ਅੱਗੇ ਹੈ ਜੀ ਇਲੈਕਟ੍ਰੋਨਿਕ ਵੇਸਟ। ਇਲੈਕਟ੍ਰੋਨਿਕ ਵੇਸਟ ਦੇਖੋ, ਆ ਤੁਹਾਡੇ ਮੋਬਾਈਲ, ਲੈਪਟਾਪ, ਇਹ ਸਾਰੇ ਕੀ ਹੈ ਜੀ, DC ਕਰੰਟ ਨਾਲ ਚੱਲਦੇ ਆ। ਇਹ ਇਲੈਕਟ੍ਰੋਨਿਕ ਗੈਜਟ ਹੁੰਦੇ ਆ। ਟੈਕਨੋਲੋਜੀ ਦੇ ਵਾਧੇ ਨਾਲ ਇਲੈਕਟ੍ਰੋਨਿਕ ਆਧਾਰਿਤ ਉਤਪਾਦਾਂ ਜਿਵੇਂ ਕਿ ਮੋਬਾਈਲ ਫੋਨ, ਸਮਾਰਟਫੋਨ, LCD, LED, ਲੈਪਟਾਪ ਅਤੇ ਕੰਪਿਊਟਰ ਆਦਿ ਵਿੱਚ ਭਾਰੀ ਵਾਧਾ ਹੋਇਆ ਹੈ। ਸਮੇਂ ਦੇ ਨਾਲ ਨਵੇਂ ਮਾਡਲ ਅਤੇ ਵਿਕਲਪ, ਨਵੇਂ ਮਾਡਲ ਅਤੇ ਆਪਸ਼ਨ ਬਹੁਤ ਤੇਜ਼ੀ ਨਾਲ ਆ ਰਹੇ ਹਨ। ਇਸ ਲਈ ਪੁਰਾਣੇ ਉਤਪਾਦਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਨਵੀਂ ਟੈਕਨੋਲੋਜੀ ਆਉਂਦੀ ਆ ਤੇ ਲੋਕੀ ਵੀ ਨਵੀਂ ਟੈਕਨੋਲੋਜੀਆਂ ਖਰੀਦਦੇ ਆ ਤੇ ਪੁਰਾਣੀਆਂ ਉਹ ਸਿੱਟ ਦਿੰਦੇ ਆ ਜੀ, ਕਿਸੇ ਨੂੰ ਦੇ ਦਿੰਦੇ ਆ, ਜਾਂ ਉਹਨੂੰ ਯੂਜ਼ ਨਹੀਂ ਕਰਦੇ ਤਾਂ ਉਹ ਕੀ ਬਣ ਜਾਂਦਾ ਜੀ, ਵੇਸਟ। ਇਹ ਸਭ ਦੇ ਨਤੀਜੇ ਵਜੋਂ ਰੱਦ ਕੀਤੇ ਇਲੈਕਟ੍ਰੋਨਿਕ ਕੂੜੇ ਜਾਂ ਕੂੜੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਹ ਕੂੜਾ, ਦਾ ਮਤਲਬ ਹੁੰਦਾ ਜੀ ਇਲੈਕਟ੍ਰੋਨਿਕਸ, ਕੂੜਾ ਮਤਲਬ ਵੇਸਟ। ਇਲੈਕਟ੍ਰੋਨਿਕ ਦਾ ਵੇਸਟ ਕਈ ਹਾਨੀਕਾਰਕ ਰਸਾਇਣਾਂ ਜਾਂ ਤੱਤਾਂ ਦਾ ਸਰੋਤ ਹੈ, ਜਿਸ ਵਿੱਚ ਸ਼ਾਮਿਲ ਹਨ ਕਿਹੜੇ ਦੇਖੋ ਜੀ ਰਸਾਇਣ ਹੁੰਦੇ ਇਹਦੇ ਵਿੱਚ। ਤੱਤ ਹੁੰਦੇ ਆ ਲੈਡ, ਮਰਕਰੀ, ਕੈਡਮੀਅਮ, ਕ੍ਰੋਮੀਅਮ, ਫਾਸਫੋਰਸ ਜਾਂ ਸਿੰਪਲੀ ਫਾਸਫੋਰਸ ਕਹੋ, ਬੇਰੀਅਮ, ਬੈਰੀਲੀਅਮ ਵਗੈਰਾ। ਇਹ ਤੱਤ, ਇਹ ਐਲੀਮੈਂਟ ਇਹਨਾਂ ਵਿੱਚ ਹੁੰਦੇ ਆ। ਤੇ ਆਪਾਂ ਪਿੱਛੇ ਪੜ੍ਹ ਕੇ ਹਟੇ ਲੈਡ, ਮਰਕਰੀ, ਕੈਡਮੀਅਮ ਵਗੈਰਾ ਦੇ ਨੁਕਸਾਨ ਅਸੀਂ ਪੜ੍ਹ ਕੇ ਹਟੇ ਹਾਂ ਪਹਿਲਾਂ। ਤਾਂ ਇਹ ਸਾਰੇ ਸਾਡੇ ਲਈ ਹਾਨੀਕਾਰਕ ਆ। ਪਰ ਅਨਫੋਰਚੂਨੇਟਲੀ ਕੀ ਆ ਜੀ, ਭਾਰਤ ਵਿੱਚ ਜਿਹੜਾ ਜ਼ਿਆਦਾਤਰ ਕੂੜਾ ਨਾ ਇਲੈਕਟ੍ਰੋਨਿਕ ਵੇਸਟ ਆ, ਉਹ ਅਨਆਰਗੇਨਾਈਜ਼ਡ ਸੈਕਟਰ, ਗੈਰ ਸੰਗਠਿਤ ਇਕਾਈਆਂ ਵਿੱਚ ਰਿਸਾਈਕਲ ਕੀਤਾ ਜਾਂਦਾ ਹੈ। ਗੈਰ ਸੰਗਠਿਤ ਦਾ ਮਤਲਬ ਜਿੱਥੇ ਪ੍ਰੋਪਰ ਕੋਈ ਰੂਲ ਨਹੀਂ ਫੋਲੋ ਹੁੰਦੇ। ਲੋਕੀ ਜਿਹੜੇ ਕੰਮ ਕਰਦੇ ਆ, ਮਜ਼ਦੂਰ ਵਗੈਰਾ, ਉਹ ਹੱਥਾਂ ਨਾਲ ਹੀ ਨੰਗੇ ਹੱਥਾਂ ਨਾਲ ਹੀ ਵੇਸਟ ਨੂੰ ਅਲੱਗ ਕਰਦੇ ਆ, ਹਥੌੜੇ ਮਾਰ ਕੇ ਉਹਨੂੰ ਤੋੜਦੇ ਆ ਤੇ ਉਹਨਾਂ ਨੇ ਕੋਈ ਸੇਫਟੀ ਕਿੱਟ ਨਹੀਂ ਪਾਈ ਹੁੰਦੀ। ਓਕੇ। ਇੱਥੇ ਸੁਰੱਖਿਆ ਤਰੀਕਿਆਂ ਜਾਂ ਸਮਾਨ ਦੀ ਵਰਤੋਂ ਕੀਤੇ ਬਿਨਾਂ ਬੇਸਿਕ ਜਿਹੇ ਤਰੀਕੇ, ਜੋ ਮੁੱਢਲੇ ਤਰੀਕੇ ਆ,
ਉਹਨਾਂ ਨਾਲ ਧਾਤ ਨੂੰ ਮੁੜ ਪ੍ਰਾਪਤ ਕੀਤਾ ਜਾਂਦਾ ਹੈ। ਧਾਤੂ ਨੂੰ ਕੱਢਿਆ ਜਾਂਦਾ ਹੈ ਜੀ, ਜਾਂ ਇਲੈਕਟ੍ਰੋਨਿਕ ਵੇਸਟ ਨਾਲ ਜੋ ਵੀ ਹੈ ਉਹ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਬਿਨਾਂ ਕਿਸੇ ਸੇਫਟੀ ਮੇਜਰ ਦੇ। ਤੇ ਰੀਸਾਈਕਲਿੰਗ ਦੇ ਦੌਰਾਨ ਜਦੋਂ ਅਸੀਂ ਉਹਨਾਂ ਵਿੱਚੋਂ ਧਾਤੂ ਕੱਢਦੇ ਹਾਂ, ਦੇਖੋ ਨਾ ਕੋਈ ਇਲੈਕਟ੍ਰੋਨਿਕ ਵੇਸਟ ਆ, ਉਹਦੇ ਵਿੱਚ ਕਈ ਪ੍ਰਕਾਰ ਦੇ ਹੈਗੇ ਆ ਐਲੀਮੈਂਟ, ਪਾਰਾ ਹੋ ਸਕਦਾ, ਲੈਡ ਹੋ ਸਕਦਾ, ਤੇ ਇਹਨਾਂ ਨੂੰ ਕੱਢਿਆ ਜਾਂਦਾ ਜੀ ਅਲੱਗ-ਅਲੱਗ ਪ੍ਰੋਸੈਸਸ ਦੁਆਰਾ। ਕਦੀ ਗਰਮ ਕੀਤਾ ਜਾਂਦਾ ਆ, ਪਿਘਲਾਇਆ ਜਾਂਦਾ, ਕਦੀ ਕੁਛ ਕਦੀ ਕੁਛ, ਤੇ ਹੋ ਸਕਦਾ ਕਿ ਜ਼ਹਿਰੀਲੀ ਗੈਸਾਂ ਵੀ ਨਿਕਲਦੀਆਂ ਹੋਣ, ਵੇਪਰ ਨਿਕਲਦੇ ਹੋਣ, ਪਰ ਉੱਥੋਂ ਦੇ ਕੰਮ ਕਰਨ ਵਾਲਿਆਂ ਨੇ ਕੋਈ ਪ੍ਰੋਟੈਕਸ਼ਨ ਨਹੀਂ ਲਈ ਹੁੰਦੀ। ਤੇ ਇਸ ਰੀਸਾਈਕਲਿੰਗ ਦੇ ਦੌਰਾਨ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ਜੋ ਉੱਥੇ ਕੰਮ ਕਰਨ ਵਾਲੇ ਕਾਮਿਆਂ ਦੇ ਸਾਹ ਰਾਹੀਂ ਸਿੱਧੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਨੈਗੇਟਿਵਲੀ ਇਫੈਕਟ ਕਰਦੀਆਂ ਜੀ, ਉਹਨਾਂ ਦੇ ਸਰੀਰ ਦੇ ਉੱਤੇ ਗਲਤ ਪ੍ਰਭਾਵ ਪਾਉਂਦੀਆਂ ਇਹ ਕਿਰਨਾਂ ਜਾਂ ਇਹ ਗੈਸਾਂ। ਉਹਨਾਂ ਦੀ ਚਮੜੀ ਇਸ ਰਿਕਵਰੀ ਪ੍ਰਕਿਰਿਆ ਵਿੱਚ ਵਰਤੇ ਜਾਂਦੇ ਐਸਿਡ, ਹੁਣ ਜਦੋਂ ਇਲੈਕਟ੍ਰੋਨਿਕ ਵੇਸਟ ਵਿੱਚੋਂ ਕੋਈ ਨਾ ਕੋਈ ਧਾਤ ਕੱਢਣੀ ਆ ਤਾਂ ਵਿੱਚ ਐਸਿਡ ਪਾਇਆ ਜਾਂਦਾ ਜੀ, ਤੇ ਉਹ ਐਸਿਡ ਇਹਨਾਂ ਦੀ ਬਾਡੀ ਨੂੰ ਵੀ ਟੱਚ ਕਰਦਾ ਜੀ ਅਤੇ ਹੋਰ ਹਾਨੀਕਾਰਕ ਪਦਾਰਥਾਂ ਦੇ ਸਿੱਧੇ ਸੰਪਰਕ ਵਿੱਚ ਆਉਂਦੀ ਹੈ, ਸਿੱਧਾ ਉਹਨਾਂ ਦੀ ਬਾਡੀ ਨੂੰ ਨੁਕਸਾਨ ਹੁੰਦਾ ਹੈ। ਈ ਕੂੜੇ ਦੇ ਪ੍ਰਬੰਧਨ ਭਾਵ ਮੈਨੇਜਮੈਂਟ ਅਤੇ ਇਸ ਸੈਕਟਰ ਨੂੰ ਇੱਕ ਸੰਗਠਿਤ ਆਰਗੇਨਾਈਜ਼ ਖੇਤਰ ਵਿੱਚ ਲਿਆਉਣ ਲਈ ਇੱਕ ਸੰਪੂਰਨ ਪਹੁੰਚ ਦੀ ਲੋੜ ਹੈ। ਇੱਕਾ ਦੁੱਕਾ ਸਟੈਪ ਚੱਕਣ ਨਾਲ ਗੱਲ ਨਹੀਂ ਬਣਨੀ, ਓਵਰਆਲ ਸੰਪੂਰਨ ਤੌਰ ਤੇ ਸੋਚਣਾ ਪੈਣਾ ਜੀ। ਪਹਿਲੇ ਸਟੈਪ ਤੋਂ ਲੈ ਕੇ ਅਖੀਰਲੇ ਸਟੈਪ ਤੱਕ ਪੂਰੀ ਦੀ ਪੂਰੀ ਯੋਜਨਾ ਲੈ ਕੇ ਆਉਣੀ ਚਾਹੀਦੀ ਹੈ ਜੀ, ਅਪਰੋਚ ਲੈ ਕੇ ਆਉਣੀ ਚਾਹੀਦੀ ਹੈ। ਲੋਕਾਂ ਅਤੇ ਵਰਕਰਾਂ ਨੂੰ ਸਹੀ ਢੰਗ ਨਾਲ ਸਿੱਖਿਅਤ ਕਰਨਾ ਚਾਹੀਦਾ ਹੈ ਕਿ ਇਲੈਕਟ੍ਰੋਨਿਕ ਵੇਸਟ ਕੀ ਹੁੰਦਾ ਆ, ਉਹਦੇ ਕੀ ਦੁਸ਼ਪ੍ਰਭਾਵ ਹੋ ਸਕਦੇ ਆ, ਕਿਸ ਤਰ੍ਹਾਂ ਇਹਨੂੰ ਮੈਨੇਜ ਕਰਨਾ ਆ, ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ ਆ, ਤੇ ਕਿਸ ਤਰ੍ਹਾਂ ਇਹਨਾਂ ਦਾ ਉਪਭੋਗ ਅਸੀਂ ਇਸ ਹਿਸਾਬ ਨਾਲ ਕਰੀਏ ਕਿ ਈ ਵੇਸਟ ਘੱਟ ਤੋਂ ਘੱਟ ਜਨਰੇਟ ਹੋਵੇ ਅਤੇ ਹਾਨੀਕਾਰਕ ਪ੍ਰਭਾਵਾਂ ਅਤੇ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਅਵੇਅਰਨੈਸ ਲੈ ਕੇ ਆਓ ਜੀ। ਓਕੇ, ਈ ਕੂੜਾ ਪ੍ਰਬੰਧਨ ਲਈ ਟੈਕਨੋਲੋਜੀ ਅਤੇ ਸੁਰੱਖਿਆ ਕਿੱਟਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਵਧੀਆ ਟੈਕਨੋਲੋਜੀ ਨਾਲ ਇਹਦੀ ਮੈਨੇਜਮੈਂਟ ਕਰੋ ਤੇ ਸੁਰੱਖਿਆ ਕਿੱਟਾਂ ਵੀ ਲੈ ਕੇ ਆਓ। ਓਕੇ ਜੀ। ਕੂੜੇ ਦੇ ਪ੍ਰਬੰਧਨ ਲਈ ਕੁਝ ਤਰੀਕੇ, ਹੁਣ ਅਸੀਂ ਓਵਰਆਲ ਵੇਸਟ ਮੈਨੇਜਮੈਂਟ ਦੇ ਉੱਤੇ ਕੋਈ ਗੱਲ ਕਰਾਂਗੇ। ਇੱਥੇ ਯਾਦ ਰੱਖੋ ਈ ਵੇਸਟ ਦੀ ਗੱਲ ਨਹੀਂ ਹੋ ਰਹੀ, ਸਿਰਫ ਓਵਰਆਲ ਕੂੜੇ ਦੀ ਗੱਲ ਹੋ ਰਹੀ ਆ, ਓਵਰਆਲ ਵੇਸਟ ਦੀ ਗੱਲ ਹੋ ਰਹੀ ਆ। ਇਹ ਸਾਰੀ ਟਰਮੀਨੋਲੋਜੀਜ਼ ਬਹੁਤ ਇੰਪੋਰਟੈਂਟ ਹੈ ਜੀ, ਤੁਹਾਨੂੰ ਇਹਨਾਂ ਦੇ ਮਤਲਬ ਪਤਾ ਹੋਣੇ ਚਾਹੀਦੇ ਆ। ਪਹਿਲਾ ਹੈ ਜੀ ਇਨਸੀਨਰੇਸ਼ਨ ਪਲਾਂਟ ਦਾ ਮਤਲਬ ਕੋਈ ਇੰਡਸਟਰੀ, ਮਤਲਬ ਸਿੱਧਾ ਸਾੜ ਦਿਓ ਜੀ, ਹਾਈ ਟੈਂਪਰੇਚਰ ਤੇ ਸਾੜ ਦਿਓ, ਜੋ ਕੁਝ ਵੀ ਵੇਸਟ ਆ ਉਹਨੂੰ ਸਾੜ ਦਿਓ। ਇਸ ਵਿੱਚ ਉੱਚ ਤਾਪਮਾਨ, ਬਹੁਤ ਹਾਈ ਟੈਂਪਰੇਚਰ ਤੇ ਵੱਡੀਆਂ ਭੱਠੀਆਂ ਵਿੱਚ ਜੋ ਵੀ ਸਾਡਾ ਰਹਿੰਦ ਖੂੰਹਦ ਆ ਉਸ ਨੂੰ ਸਾੜ ਦਿੱਤਾ ਜਾਂਦਾ ਹੈ, ਸਿੱਧਾ ਸਾੜ ਦਿਓ, ਕਾਫੀ ਹਾਈ ਟੈਂਪਰੇਚਰ ਤੇ ਸਭ ਕੁਝ ਸਾੜ ਦਿਓ, ਸਵਾਹ ਬਣਾ ਦਿਓ, ਗੱਲ ਖਤਮ। ਰੀਸਾਈਕਲ ਕਰਨ ਯੋਗ ਸਮੱਗਰੀ ਨੂੰ ਪਹਿਲਾਂ ਵੱਖ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਦੁਬਾਰਾ ਤੋਂ ਰੀਸਾਈਕਲ ਕਰ ਸਕਦੇ ਹਾਂ, ਦੁਬਾਰਾ ਤੋਂ ਯੂਜ਼ ਕਰ ਸਕਦੇ ਹਾਂ। ਇਹਨੂੰ ਅਸੀਂ ਕੁਝ ਮਟੀਰੀਅਲ ਨੂੰ ਅਸੀਂ ਦੁਬਾਰਾ ਵਰਤ ਸਕਦੇ ਹਾਂ, ਉਹਨੂੰ ਅਲੱਗ ਕਰ ਲਓ ਜੀ, ਅਤੇ ਬਾਕੀ ਬਚੀ ਸਮੱਗਰੀ ਨੂੰ ਸਵਾਹ ਬਣਾਉਣ ਲਈ, ਰਾਖ ਬਣਾਉਣ ਲਈ, ਸਵਾਹ ਬਣਾਉਣ ਲਈ ਸਾੜ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਇਸ ਪ੍ਰਕਿਰਿਆ ਵਿੱਚ ਵੱਡੀ ਮਾਤਰਾ ਵਿੱਚ ਜ਼ਹਿਰੀਲੀ ਸਵਾਹ ਪੈਦਾ ਹੁੰਦੀ ਹੈ ਅਤੇ ਹਵਾ, ਪਾਣੀ ਅਤੇ ਮਿੱਟੀ ਨੂੰ ਇਹ ਪ੍ਰਦੂਸ਼ਿਤ ਕਰਦੀ ਹੈ। ਇਹ ਪ੍ਰੋਬਲਮ ਆ ਜੀ, ਜਿਹੜੀ ਸਵਾਹ ਵਗੈਰਾ ਪੈਦਾ ਹੋਈ ਉਹ ਜ਼ਹਿਰੀਲੀ ਹੁੰਦੀ ਹੈ ਜੀ। ਓਕੇ, ਇਸੇ ਲਈ ਇਸ ਤਰੀਕੇ ਨੂੰ ਆਖਰੀ ਉਪਾਅ ਵਜੋਂ ਵਰਤਿਆ ਜਾਂਦਾ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੂਸਰੇ ਉਪਾਅ ਵਰਤੀਏ, ਕਿਉਂਕਿ ਐਂਡ ਪ੍ਰੋਡਕਟ ਕੀ ਹੈ ਜੀ, ਜਿਹੜੀ ਸਵਾਹ ਪੈਦਾ ਹੁੰਦੀ ਹੈ ਉਹ ਜ਼ਹਿਰੀਲੀ ਆ, ਤੇ ਇਸ ਕਰਕੇ ਇਹਨੂੰ ਆਖਰੀ ਉਪਾਅ ਵਜੋਂ ਵਰਤਿਆ ਜਾਂਦਾ ਹੈ। ਇਹ ਮੁੱਖ ਤੌਰ ਤੇ ਇਨਫੈਕਸ਼ਨ ਵਾਲੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਵਰਤਿਆ ਜਾਂਦਾ ਹੈ। ਕੋਈ ਵੇਸਟ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂ ਵੀ ਇਨਫੈਕਸ਼ਨ ਆ, ਜਿੱਦਾਂ ਮੈਡੀਕਲ ਵੇਸਟ ਆ ਜੀ, ਮੈਡੀਕਲ ਸਰੰਜਾਂ ਹੋ ਗਈਆਂ ਤੇ ਹੋਰ ਕੁਛ ਉਹਨਾਂ ਦਾ ਜਿਹੜਾ ਵੇਸਟ ਹੁੰਦੇ ਨਾ, ਜੋ ਟੈਸਟਿੰਗ ਇਕਵਿਪਮੈਂਟ ਵਗੈਰਾ ਜਾਂ ਮੈਡੀਕਲ ਨਾਲ ਸੰਬੰਧਿਤ ਵੇਸਟ ਆ, ਜਿੱਥੇ ਲੱਗਦਾ ਕਿ ਹਾਂ ਵੀ ਬੈਕਟੀਰੀਆ, ਵਾਇਰਸ ਵਗੈਰਾ ਹੋਣੇ ਆ ਲੱਗੇ, ਤਾਂ ਉੱਥੇ ਇਨਫੈਕਸ਼ਨ ਹੋ ਸਕਦੀ ਆ। ਤਾਂ ਇੱਦਾਂ ਦੇ ਵੇਸਟ ਨੂੰ ਸਿੱਧਾ ਕਹਿੰਦੇ ਜਲਾ ਦਿਓ, ਉਹੀ ਠੀਕ ਆ, ਕਿਉਂਕਿ ਇਨਫੈਕਸ਼ਨ ਵਾਲੇ ਬੈਕਟੀਰੀਆ, ਵਾਇਰਸ, ਮਾਈਕਰੋ ਆਰਗੈਨਿਜ਼ਮ ਵੀ ਮਰ ਜਾਣ। ਠੀਕ ਹੈ ਜੀ। ਅੱਗੇ ਹੈ ਜੀ ਪਾਇਰੋਲਾਈਸਿਸ। ਇਸ ਵਿੱਚ ਕੀ ਹੁੰਦਾ ਨਾ, ਜਿਹੜੀ ਸਾਡਾ ਵੇਸਟ ਆ, ਰਹਿੰਦ ਖੂੰਹਦ ਆ, ਉਸ ਨੂੰ ਆਕਸੀਜਨ ਦੀ ਨਿਯੰਤਰਿਤ ਭਾਵ ਕੰਟਰੋਲਡ ਸਪਲਾਈ ਅਧੀਨ ਸਾੜਿਆ ਜਾਂਦਾ ਹੈ। ਦੇਖੋ ਤੁਸੀਂ ਨਾ ਸ਼ਾਇਦ ਮੇਰੇ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਹਿਲਾਂ ਹੁੰਦੀਆਂ ਸੀ ਇਹ ਗੱਲਾਂ, ਜਿੱਦਾਂ ਮੰਨ ਲਓ ਲੱਕੜੀਆਂ ਆ ਲੱਕੜੀਆਂ ਨੂੰ ਤੁਸੀਂ ਇੱਦਾਂ ਰੱਖਤਾ ਜੀ, ਠੀਕ ਹੈ ਜੀ। ਇਹਦੇ ਉੱਤੇ ਤੁਸੀਂ ਮਿੱਟੀ ਜਾਂ ਰੇਤ ਪਾਤੀ,
ਇੱਥੇ ਇੱਕ ਮਗੋੜਾ ਜਿਹਾ ਰੱਖਤਾ, ਠੀਕ ਹੈ ਜੀ। ਫਿਰ ਨਾ ਇਹਦੇ ਵਿੱਚ ਅੱਗ ਲਾ ਦਿੱਤੀ ਜਾਂਦੀ ਸੀ ਅਤੇ ਇੱਥੇ ਧੂੰਆਂ ਕੱਢਣ ਲਈ ਰੱਖ ਦਿੱਤਾ ਜਾਂਦਾ ਸੀ ਓਪਨ। ਇੱਥੇ ਅੱਗ ਲਾਤੀ, ਇਹ ਫਿਰ ਧੂੰਆਂ ਨਿਕਲਦਾ ਰਹਿੰਦਾ ਹੌਲੀ 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 ਹੌਲੀ, ਥੋੜ੍ਹੀ ਇਹਨੂੰ ਨਾ ਉੱਪਰੋਂ ਢੱਕਿਆ ਤਾਂ ਥੋੜ੍ਹੀ ਜਿਹੀ ਹੀ ਆਕਸੀਜਨ ਮਿਲਦੀ ਪਈ ਆ, ਕੰਟਰੋਲਡ ਆਕਸੀਜਨ ਮਿਲਦੀ ਪਈ ਆ। ਅਤੇ ਜਦੋਂ ਇਹ ਇੱਦਾਂ ਹੀ ਬਲਦਾ ਰਹਿੰਦਾ ਸੀ, ਬਲਦੀ ਰਹਿੰਦੀ ਸੀ ਲੱਕੜ, ਤਾਂ ਕੀ ਬਣ ਜਾਂਦਾ ਸੀ, ਚਾਰਕੋਲ ਬਣ ਜਾਂਦਾ ਸੀ, ਠੀਕ ਹੈ ਜੀ। ਕੱਚਾ ਕੋਲਾ ਬਣ ਜਾਂਦਾ ਸੀ। ਓਕੇ, ਅਤੇ ਕਹਿੰਦਾ ਆ ਕਿ ਜੇ ਅਸੀਂ ਵੇਸਟ ਨੂੰ ਆਕਸੀਜਨ ਦੀ ਕੰਟਰੋਲਡ ਸਪਲਾਈ ਵਿੱਚ ਸਾੜੀਏ, ਹੈ ਨਾ, ਨਿਯੰਤਰਿਤ ਸਪਲਾਈ ਵਿੱਚ ਸਾੜੀਏ, ਤਾਂ ਜਿਹੜਾ ਸਾਡਾ ਵੇਸਟ ਆ ਉਹਦੇ ਕਈ ਯੂਜ਼ਫੁਲ ਪ੍ਰੋਡਕਟ ਬਣ ਸਕਦੇ ਆ। ਜਿਸ ਤਰ੍ਹਾਂ ਲੱਕੜੀ ਨੂੰ ਸਾੜੀਏ ਤਾਂ ਕੱਚਾ ਕੋਲਾ ਜਾਂ ਚਾਰਕੋਲ ਬਣ ਸਕਦੀ ਹੈ। ਸਿੰਪਲੀ ਪਾਇਰੋਲਾਈਸਿਸ ਵਿੱਚ ਵੀ ਅਸੀਂ ਸਾੜਦੇ ਹਾਂ, ਪਰ ਆਕਸੀਜਨ ਦੀ ਕੰਟਰੋਲਡ ਸਪਲਾਈ ਵਿੱਚ। ਆਊਟਪੁੱਟ ਉਤਪਾਦਾਂ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ। ਮੈਂ ਦੱਸਿਆ ਕਿ ਕਿਸ ਤਰ੍ਹਾਂ ਲੱਕੜੀ ਨੂੰ ਜੇ ਇਸ ਤਰ੍ਹਾਂ ਚਲਾਈਏ, ਕੰਟਰੋਲਡ ਆਕਸੀਜਨ ਦਿੱਤੀ, ਘੱਟ ਅਮਾਊਂਟ 'ਚ ਆਕਸੀਜਨ ਦਿੱਤੀ, ਅੱਗ ਲਾਤੀ ਤਾਂ ਹੌਲੀ 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 ਸੜ ਕੇ ਇਹ ਜਿਹੜੀ ਲੱਕੜ ਆ ਕੋਲਾ ਬਣ ਗਈ, ਉਹਨੂੰ ਕਹਿੰਦੇ ਜੀ ਕੱਚਾ ਕੋਲਾ। ਕਾਰਬੋਨੇਸ਼ੀਅਸ ਰਹਿੰਦ ਖੂੰਹਦ, ਅਜਿਹੀ ਰਹਿੰਦ ਖੂੰਹਦ ਜਿਹਦੇ ਵਿੱਚ ਕਾਰਬਨ ਹੋਵੇ, ਜਿਵੇਂ ਕਿ ਲੱਕੜੀ ਹੋ ਸਕਦੀ ਆ, ਨਾਰੀਅਲ ਹੋ ਸਕਦਾ, ਕਾਜੂ ਦੇ ਛਿਲਕੇ ਹੋ ਸਕਦੇ ਆ, ਚੌਲਾਂ ਦੇ ਛਿੱਲੜ ਹੋ ਸਕਦੇ ਆ, ਝੋਨੇ ਦੀ ਪਰਾਲੀ ਹੋ ਸਕਦੀ ਆ, ਆਰੇ ਦਾ ਬਰੂਦਾ ਹੋ ਸਕਦਾ। ਇਹਨਾਂ ਵਿੱਚ ਕੀ ਹੈ ਜੀ, ਕਾਰਬਨ ਆ। ਅਤੇ ਇਹਨਾਂ ਦਾ ਜਦੋਂ ਅਸੀਂ ਪਾਇਰੋਲਾਈਸਿਸ ਕਰਦੇ ਹਾਂ ਨਾ, ਇਹਨਾਂ ਨੂੰ ਜਲਾਉਂਦੇ ਹਾਂ, ਸਾੜਦੇ ਹਾਂ ਕੰਟਰੋਲਡ ਸਪਲਾਈ ਆਫ ਆਕਸੀਜਨ ਵਿੱਚ, ਤਾਂ ਕੀ ਹੁੰਦਾ ਜੀ, ਲੱਕੜ ਤੋਂ ਚਾਰਕੋਲ ਬਣਦਾ, ਟਾਰ ਬਣਦਾ ਜੀ ਨਾਰੀਅਲ ਤੋਂ, ਹੈ ਨਾ। ਇਸ ਹਿਸਾਬ ਨਾਲ ਅਲਕੋਹਲ ਵਗੈਰਾ ਵੀ ਬਣਦੀ ਆ ਜੀ, ਅਤੇ ਫਿਊਲ ਗੈਸ ਬਣਦੀ ਆ, ਐਸਟਿਕ ਐਸਿਡ, ਐਸੀਟੋਨ ਵਗੈਰਾ ਬਣਦਾ ਆ। ਇਹ ਸਾਰੇ ਪ੍ਰੋਡਕਟ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਯੂਜ਼ ਕਰ ਸਕਦੇ ਹਾਂ। ਪਰ ਯਾਦ ਰੱਖੋ, ਇਨਸੀਨਰੇਸ਼ਨ ਵਿੱਚ ਕੀ ਬਣਦਾ ਜੀ, ਸਵਾਹ। ਇਨਸੀਨਰੇਸ਼ਨ ਵਿੱਚ ਬਹੁਤ ਹਾਈ ਟੈਂਪਰੇਚਰ ਵਿੱਚ ਸਾੜ ਦਿੱਤਾ ਜਾਂਦਾ ਹੈ ਤਾਂ ਸਵਾਹ ਬਣ ਜਾਂਦੀ ਆ। ਪਰ ਜੇ ਕੰਟਰੋਲਡ ਸਪਲਾਈ ਆਫ ਆਕਸੀਜਨ ਵਿੱਚ ਸਾੜੀਏ ਤਾਂ ਕੁਛ ਯੂਜ਼ਫੁਲ ਪ੍ਰੋਡਕਟ ਬਣਦੇ ਆ ਜੀ। ਕਿਹਨਾਂ ਦੇ, ਅਜਿਹੀ ਰਹਿੰਦ ਖੂੰਹਦ, ਅਜਿਹਾ ਵੇਸਟ ਜਿਨ੍ਹਾਂ ਵਿੱਚ ਕਾਰਬਨ ਹੁੰਦਾ ਆ, ਠੀਕ ਹੈ ਜੀ। ਅੱਗੇ ਹੈ ਜੀ ਕੰਪੋਸਟਿੰਗ। ਇਹਦੇ ਵਿੱਚ ਕੀ ਹੈ ਨਾ, ਆਪਾਂ ਕੋਈ ਵੀ ਵੇਸਟ ਆ ਉਹਨੂੰ, ਜਿਹੜਾ ਕੋਈ ਵੇਸਟ ਆ ਰੱਖਤਾ, ਉੱਤੇ ਮਿੱਟੀ ਮੁੱਟੀ ਪਾਤੀ ਨਾ, ਅਤੇ ਥੋੜ੍ਹੀ ਆਕਸੀਜਨ ਸਪਲਾਈ ਕਰਤੀ, ਅਤੇ ਆਪਣੇ ਆਪ ਇੱਥੇ ਮਾਈਕਰੋ ਆਰਗੈਨਿਜ਼ਮ, ਸੂਖਸ਼ਮ ਜੀਵ ਪੈਦਾ ਹੋ ਜਾਂਦੇ ਆ। ਅਤੇ ਸੂਖਸ਼ਮ ਜੀਵ ਆਕਸੀਜਨ ਦੀ ਮੌਜੂਦਗੀ ਵਿੱਚ ਜੈਵਿਕ ਰਹਿੰਦ ਖੂੰਹਦ ਨੂੰ ਸਾੜਦੇ ਆ। ਅਜਿਹੀ ਰਹਿੰਦ ਖੂੰਹਦ ਜਿਨ੍ਹਾਂ 'ਚ ਕਾਰਬਨ ਹੁੰਦਾ ਆ, ਉਹਨੂੰ ਸਾੜਦੇ ਆ ਤਾਂ ਢੇਰ ਬਣਾ ਦਿੰਦੇ ਆ। ਇਸ ਪ੍ਰਕਿਰਿਆ ਵਿੱਚ ਜਿਹੜੇ ਮਾਈਕਰੋ ਆਰਗੈਨਿਜ਼ਮ ਆ, ਸੂਖਸ਼ਮ ਜੀਵ ਆ, ਉਹ ਆਕਸੀਜਨ ਦੀ ਮੌਜੂਦਗੀ ਵਿੱਚ ਜੈਵਿਕ ਰਹਿੰਦ ਖੂੰਹਦ ਨੂੰ ਸਾੜਦੇ ਹਨ, ਅਤੇ ਜੋ ਆਊਟਪੁੱਟ ਬਣਦਾ ਜੀ, ਉਹਨੂੰ ਕਹਿੰਦੇ ਜੀ ਹਿਊਮਸ। ਇਹ ਦੇਖਣ ਵਿੱਚ ਮਿੱਟੀ ਵਰਗਾ ਲੱਗਦਾ ਹੈ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਠੀਕ ਹੈ ਜੀ। ਮੰਨ ਲਓ ਇਹਨਾਂ ਨੂੰ ਬੇਸਿਕਲੀ ਸਾੜਨ ਦਾ ਮਤਲਬ ਆ, ਮਾਈਕਰੋ ਆਰਗੈਨਿਜ਼ਮ ਨੇ ਇਹ ਵੇਸਟ ਨੂੰ ਖਾਧਾ, ਅਤੇ ਖਾ ਕੇ ਜੋ ਉਹ ਆਊਟਪੁੱਟ ਦਿੰਦੇ ਆ, ਮਲ ਤਿਆਗ ਕਰਦੇ ਆ, ਅਤੇ ਉਹ ਬਹੁਤ ਵਧੀਆ ਖਾਦ ਹੁੰਦੀ ਹੈ ਜੀ, ਉਹਨੂੰ ਕਹਿੰਦੇ ਹਿਊਮਸ। ਇਸ ਤਰ੍ਹਾਂ ਇਹ ਵੱਧ ਰਹੇ ਪੌਦਿਆਂ ਲਈ ਚੰਗੀ ਖਾਦ ਹੁੰਦੀ ਹੈ ਜੀ, ਪੌਦਿਆਂ ਲਈ ਖਾਦ ਆਪਾਂ ਤਿਆਰ ਕਰ ਲਈ। ਓਕੇ, ਹਿਊਮਸ ਦੀ ਬਣਤਰ ਮਿੱਟੀ ਦੁਆਰਾ ਪਾਣੀ ਨੂੰ ਰੱਖਣ ਦੀ ਸਮਰੱਥਾ ਨੂੰ ਵਧਾਉਣ ਲਈ ਬਹੁਤ ਮਦਦਗਾਰ ਹੁੰਦੀ ਹੈ। ਇਹ ਹਿਊਮਸ ਦਾ ਟੈਕਸਚਰ ਆ ਨਾ, ਜਿਹੜਾ ਬਣਤਰ ਆ, ਉਹ ਇਸ ਤਰ੍ਹਾਂ ਦੀ ਹੁੰਦੀ ਆ ਕਿ ਜੇ ਅਸੀਂ ਮਿੱਟੀ ਵਿੱਚ ਇਹਨੂੰ ਰਲਾ ਦਿੱਤਾ ਜਾਂਦਾ ਨਾ ਜਦੋਂ, ਤਾਂ ਉਹ ਵਾਟਰ ਹੋਲਡਿੰਗ ਕਪੈਸਿਟੀ ਮਿੱਟੀ ਦੀ ਵੱਧ ਜਾਂਦੀ ਆ। ਓਕੇ, ਵਾਟਰ ਹੋਲਡਿੰਗ ਕਪੈਸਿਟੀ, ਪਾਣੀ ਨੂੰ ਰੱਖਣ ਦੀ ਸਮਰੱਥਾ ਵੱਧ ਜਾਂਦੀ ਹੈ ਜੀ ਮਿੱਟੀ ਦੀ, ਮਿੱਟੀ ਵਧੀਆ ਬਣ ਜਾਂਦੀ ਆ, ਢੇਰ ਦੇ ਰੂਪ ਵਿੱਚ ਵੀ ਬਣਦੀ ਆ, ਅਤੇ ਵੈਸੇ ਵੀ ਮਿੱਟੀ ਦੀ ਜਿਹੜੀ ਬਣਤਰ ਆ, ਟੈਕਸਚਰ ਆ, ਉਹ ਵੀ ਵਧੀਆ ਹੋ ਜਾਂਦੀ ਹੈ। ਹਿਊਮਸ ਦੀ ਮੌਜੂਦਗੀ ਮਿੱਟੀ ਦੀ ਬਣਤਰ ਨੂੰ ਬਦਲਦੀ ਹੈ ਅਤੇ ਇਸ ਦੀ ਕਾਸ਼ਤ ਭਾਵ ਕਲਟੀਵੇਸ਼ਨ ਕਰਨਾ ਆਸਾਨ ਹੋ ਜਾਂਦਾ ਹੈ। ਪਹਿਲਾਂ ਮਿੱਟੀ ਸਖਤ ਹੁੰਦੀ ਹੋਊਗੀ, ਜਦੋਂ ਅਸੀਂ ਹਿਊਮਸ ਐਡ ਕਰਤਾ ਤਾਂ ਮਿੱਟੀ ਪੋਲੀ ਹੋ ਗਈ। ਓਕੇ ਜੀ, ਠੀਕ ਹੈ ਨਾ। ਸਿੰਪਲੀ ਇਹਨਾਂ ਸਮਝ ਲਓ ਕਿ ਜੋ ਵੇਸਟ ਆ ਨਾ, ਵੇਸਟ ਨੂੰ ਸੂਖਸ਼ਮ ਜੀਵਾਂ ਦੁਆਰਾ ਵਿਘਟਨ ਕਰਨਾ, ਉਹਨੂੰ ਕਹਿੰਦੇ ਆ ਜੀ ਕੰਪੋਸਟਿੰਗ। ਓਕੇ, ਇਹ ਮਿੱਟੀ ਨੂੰ ਪੌਦਿਆਂ ਦੇ ਵਧੇਰੇ ਪੌਸ਼ਟਿਕ ਤੱਤ ਬਰਕਰਾਰ ਰੱਖਣ ਵਿੱਚ ਵੀ ਮਦਦ ਕਰਦੀ ਹੈ ਜੀ। ਸਿੰਪਲੀ ਪੌਸ਼ਟਿਕ ਤੱਤ ਵੀ ਐਡ ਕਰਤਾ ਜੀ, ਪੌਸ਼ਟਿਕ ਤੱਤ ਮੇਨਟੇਨ ਰਹੇ। ਇਸ ਤਰ੍ਹਾਂ ਜੈਵਿਕ ਰਹਿੰਦ ਖੂੰਹਦ ਨੂੰ ਡੀਗ੍ਰੇਡ, ਤੋੜ ਕੇ, ਸਾੜ ਕੇ ਖਾਦ ਬਣਾਉਣ ਨਾਲ ਪੌਸ਼ਟਿਕ ਤੱਤਾਂ ਨੂੰ ਮਿੱਟੀ ਵਿੱਚ ਵਾਪਸ ਲਿਆਉਣ ਵਿੱਚ ਮਦਦ ਮਿਲਦੀ ਹੈ। ਸਿੰਪਲੀ ਮਿੱਟੀ ਵਿੱਚ ਪੌਸ਼ਟਿਕ ਤੱਤ ਆ ਗਏ ਜੀ। ਓਕੇ, ਹੁਣ ਕੰਪੋਸਟਿੰਗ ਦੇ ਨਾਲ ਹੀ ਸੰਬੰਧਿਤ ਇੱਕ ਕਨਸੈਪਟ ਹੈ ਜੀ, ਬਰਮੀ ਕੰਪੋਸਟਿੰਗ ਜਾਂ ਬਰਮੀ ਕਲਚਰ। ਸਿੰਪਲੀ ਇੱਥੇ ਮਤਲਬ ਇਹ ਆ, ਕਰਨੀ ਕੰਪੋਸਟਿੰਗ ਹੀ ਹੈ, ਪਰ ਅਸੀਂ ਆਪਣੇ ਕੋਲੋਂ ਖੁਦ ਗੰਡੋਏ ਵਗੈਰਾ ਐਡ ਕੀਤੇ ਜੀ, ਖੁਦ ਕੁਛ ਕੀੜੇ ਐਡ ਕੀਤੇ ਵੇਸਟ ਦੇ ਵਿੱਚ, ਜੋ ਕਿ ਉਹ ਵੇਸਟ ਨੂੰ ਸਾੜ ਕੇ ਡੀਕੰਪੋਜ਼ ਕਰਕੇ ਵਧੀਆ ਖਾਦ ਬਣਾ ਦੇ, ਉਹਨੂੰ ਕਹਿੰਦੇ ਜੀ ਬਰਮੀ ਕੰਪੋਸਟਿੰਗ।
ਕੰਪੋਸਟਿੰਗ ਤੇ ਵਰਮੀ ਕੰਪੋਸਟਿੰਗ ਵਿੱਚ ਕੀ ਫਰਕ ਹੋ ਗਿਆ ਜੀ? ਵਰਮੀ ਕੰਪੋਸਟਿੰਗ ਵਿੱਚ ਅਸੀਂ ਖੁਦ ਗੰਡੋਏ ਐਡ ਕਰਦੇ ਹਾਂ ਜੀ, ਅਰਥਵਾਰਮਸ ਐਡ ਕਰਦੇ ਹਾਂ, ਕੀੜੇ ਐਡ ਕਰਦੇ ਹਾਂ ਵੇਸਟ ਵਿੱਚ, ਤਾਂ ਕਿ ਉਹਦਾ ਡੀਗ੍ਰੇਡੇਸ਼ਨ, ਉਹਦਾ ਸੜਨਾ ਛੇਤੀ ਹੋਵੇ। ਕਿਹਦਾ? ਵੇਸਟ ਦਾ। ਇੱਥੇ ਗੰਡੋਇਆਂ ਦੀ ਵਰਤੋਂ ਕਰਕੇ ਖਾਦ ਤਿਆਰ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ਗੰਡੋਏ ਦੀ ਖੇਤੀ, ਅਰਥਵਾਰਮ ਫਾਰਮਿੰਗ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਹ ਕੀੜੇ ਜਾਂ ਅਰਥਵਾਰਮ ਜਾਂ ਗੰਡੋਏ ਰਹਿੰਦ ਖੂੰਹਦ ਨੂੰ, ਵੇਸਟ ਨੂੰ ਤੋੜਦੇ ਹਨ, ਡੀਗ੍ਰੇਡ ਕਰਦੇ ਹਨ, ਅਤੇ ਜੋ ਇਹਨਾਂ ਕੀੜਿਆਂ ਨੇ ਨਿਕਾਸ ਕੀਤਾ, ਮਲ ਦਾ ਤਿਆਗ ਕੀਤਾ, ਉਹ ਕੀ ਹੈ ਜੀ? ਇੱਕ ਖਾਦ ਹੁੰਦੀ ਆ, ਤੇ ਇਹ ਖਾਦ ਪੌਸ਼ਟਿਕਤਾ ਨੂੰ ਹੋਰ ਵਧਾਉਂਦੀ ਹੈ ਜੀ, ਪੌਸ਼ਟਿਕਤਾ ਨੂੰ ਵਧਾਉਂਦੀ ਹੈ। ਅੱਗੇ ਹੈ ਜੀ ਬਾਇਓ ਰੀਮੀਡੀਏਸ਼ਨ। ਬਾਇਓ ਇੱਥੇ ਵੀ ਅਸੀਂ ਸੂਖਮ ਜੀਵਾਣੂਆਂ ਦਾ ਪ੍ਰਯੋਗ ਕਰਦੇ ਹਾਂ ਜੀ। ਰੀਮੀਡੀਏਸ਼ਨ ਮਤਲਬ ਉਹਨੂੰ ਜੋ ਕੁਛ ਪ੍ਰਦੂਸ਼ਣ ਵਗੈਰਾ ਐਡ ਹੋਇਆ ਆ, ਉਹਨੂੰ ਰਿਮੂਵ ਕਰਨਾ, ਸਹੀ ਕਰਨਾ ਯੂਜ਼ਿੰਗ ਮਾਈਕਰੋ ਆਰਗੈਨਿਜ਼ਮ। ਇਹ ਸੂਖਮ ਜੀਵਾਣੂਆਂ ਦੀ ਮਦਦ ਨਾਲ ਉਪਚਾਰ ਹੈ। ਇੱਥੇ ਸੂਖਮ ਜੀਵਾਣੂ, ਮਾਈਕਰੋ ਆਰਗੈਨਿਜ਼ਮ, ਉਹ ਫੰਗਾਈ ਹੋ ਸਕਦੇ ਆ ਜੀ, ਬੈਕਟੀਰੀਆ ਹੋ ਸਕਦੇ ਆ। ਇਹਨਾਂ ਦੀ ਵਰਤੋਂ ਪ੍ਰਦੂਸ਼ਕਾਂ ਨੂੰ ਘੱਟ ਜ਼ਹਿਰੀਲੇ ਰੂਪਾਂ ਵਿੱਚ ਡੀਗ੍ਰੇਡ ਕਰਨ ਲਈ ਕੀਤੀ ਜਾਂਦੀ ਹੈ। ਕੋਈ ਸਾਡੇ ਕੋਲ ਪੋਲੂਟੈਂਟ ਆ ਜੀ, ਪ੍ਰਦੂਸ਼ਕ ਆ, ਤੇ ਉਹ ਪੋਲੂਟੈਂਟ ਸਾਡੇ ਲਈ ਹਾਨੀਕਾਰਕ ਆ, ਪਰ ਜੇ ਇਹਨਾਂ ਉੱਤੇ ਸੂਖਮ ਜੀਵ ਛੱਡ ਦਿੱਤੇ ਜਾਣ ਤੇ ਸੂਖਮ ਜੀਵ ਇਹ ਪ੍ਰਦੂਸ਼ਕਾਂ ਨੂੰ ਤੋੜ ਦਿੰਦੀ ਆ ਤੇ ਅਜਿਹੇ ਰੂਪ ਵਿੱਚ ਕਨਵਰਟ ਕਰ ਦਿੰਦੀ ਹੈ, ਜੋ ਕਿ ਡੀਗ੍ਰੇਡ ਕਰ ਦਿੰਦੀ ਹੈ, ਜੋ ਕਿ ਸਾਡੇ ਲਈ ਘੱਟ ਜ਼ਹਿਰੀਲੇ ਹੁੰਦੇ ਹਨ। ਇਹ ਸੂਖਮ ਜੀਵ ਸਵਦੇਸ਼ੀ ਵੀ ਹੋ ਸਕਦੇ ਆ, ਇੰਡੀਜੀਨਸ ਹੋ ਸਕਦੇ ਆ, ਭਾਵ ਜਿੱਥੇ ਕੂੜਾ ਪਿਆ ਆ ਉੱਥੇ ਹੀ ਪੈਦਾ ਕੀਤੇ ਹੋਣ ਜੀ। ਇਹ ਜਿਵੇਂ ਕਿ ਪ੍ਰਦੂਸ਼ਿਤ ਖੇਤਰ ਵਿੱਚ ਪੈਦਾ ਕੀਤੇ ਜਾਂਦੇ ਹਨ, ਜਿੱਥੇ ਪ੍ਰਦੂਸ਼ਿਤ ਖੇਤਰ ਆ ਉੱਥੇ ਪੈਦਾ ਕੀਤੇ ਗਏ ਆ ਜੀ ਜੇ ਸੂਖਮ ਜੀਵ, ਉਹਨੂੰ ਕਹਿੰਦੇ ਜੀ ਇੰਡੀਜੀਨਸ। ਅਸੀਂ ਬਾਹਰੋਂ ਨਹੀਂ ਐਡ ਕੀਤੇ, ਇਹ ਸਵਦੇਸ਼ੀ ਹੋ ਗਏ ਜੀ। ਇੰਡੀਜੀਨਸ ਮਤਲਬ ਬਾਹਰੋਂ ਨਹੀਂ ਅਸੀਂ ਜੋੜੇ, ਉੱਥੇ ਲਿਆਂਦੇ, ਪ੍ਰਦੂਸ਼ਿਤ ਖੇਤਰ ਵਿੱਚ ਪੈਦਾ ਕੀਤੇ ਜਾਂਦੇ ਹਨ, ਜਾਂ ਉਹਨਾਂ ਨੂੰ ਹੋਰ ਸਾਈਟਾਂ ਤੋਂ ਇੱਥੇ ਲਿਆਂਦਾ ਜਾਂਦਾ ਹੈ, ਜਾਂ ਲੈਬ ਵਿੱਚ ਪੈਦਾ ਕੀਤਾ ਜਾ ਸਕਦਾ ਹੈ ਅਤੇ ਫਿਰ ਉਸ ਨੂੰ ਦੂਸ਼ਿਤ ਸਾਈਟ ਜਾਂ ਖੇਤਰ ਵਿੱਚ ਲਿਆਂਦਾ ਜਾ ਸਕਦਾ ਹੈ। ਓਕੇ, ਮਤਲਬ ਇੰਡੀਜੀਨਸ ਹੋ ਸਕਦੇ ਆ, ਨਾਨ ਇੰਡੀਜੀਨਸ ਹੋ ਸਕਦੇ ਆ। ਅਸੀਂ ਸੂਖਮ ਜੀਵ ਲੈਬ ਵਿੱਚ ਪੈਦਾ ਕਰ ਲਏ ਤਾਂ ਜਿੱਥੇ ਵੇਸਟ ਆ ਉੱਥੇ ਛੱਡਤੇ ਜੀ ਸੂਖਮ ਜੀਵ, ਤਾਂ ਕਿ ਮਾਈਕਰੋ ਆਰਗੈਨਿਜ਼ਮ ਸੂਖਮ ਜੀਵ ਵੇਸਟ ਦਾ ਵਿਘਟਨ ਕਰ ਸਕਣ ਜੀ, ਉਹਨੂੰ ਸਾੜ ਸਕਣ, ਉਹਨੂੰ ਡੀਗ੍ਰੇਡ ਕਰ ਸਕਣ। ਠੀਕ ਹੈ ਜੀ। ਦੂਸ਼ਿਤ ਖੇਤਰ ਜਾਂ ਪ੍ਰਦੂਸ਼ਕਾਂ ਦਾ ਸਾਈਟ 'ਤੇ ਇਲਾਜ ਕੀਤਾ ਜਾਂਦਾ ਹੈ, ਜਿੱਥੇ ਹੈਗਾ ਪੋਲੂਸ਼ਨ ਉੱਥੇ ਹੀ ਉਹਦਾ ਇਲਾਜ ਕਰੋ। ਇਸ ਨੂੰ ਇਨ ਸੀਟੂ ਰੀਮੀਡੀਏਸ਼ਨ ਕਿਹਾ ਜਾਂਦਾ ਹੈ। ਇਨ ਸੀਟੂ ਮਤਲਬ ਜਿੱਥੇ ਪ੍ਰਦੂਸ਼ਣ ਹੈਗਾ ਆ ਉੱਥੇ ਹੀ ਉਹਨੂੰ ਠੀਕ ਕਰਨਾ। ਨਹੀਂ ਤਾਂ ਜੇਕਰ ਇਸ ਦਾ ਇਲਾਜ ਇਸ ਦੇ ਮੂਲ ਸਥਾਨ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਕੀਤਾ ਜਾਂਦਾ ਹੈ ਤਾਂ ਇਸ ਨੂੰ ਐਕਸ ਸੀਟੂ ਰੀਮੀਡੀਏਸ਼ਨ ਕਿਹਾ ਜਾਂਦਾ ਹੈ। ਐਕਸ ਸੀਟੂ ਭਾਵ ਕਿਸੇ ਹੋਰ ਥਾਂ 'ਤੇ ਕੂੜਾ ਆ, ਜਿੱਥੇ ਕੂੜਾ ਪੈਦਾ ਹੋਇਆ ਉੱਥੇ ਹੀ ਉਹਨੂੰ ਠੀਕ ਕਰਨ ਦੀ ਬਜਾਏ ਕੂੜੇ ਨੂੰ ਚੱਕ ਕੇ ਕਿਤੇ ਹੋਰ ਲੈ ਕੇ ਗਏ, ਜਮ੍ਹਾਂ ਕੀਤਾ, ਉੱਥੇ ਉਹਨੂੰ ਰੀਮੀਡੀਏਸ਼ਨ ਕੀਤੀ ਜਾਂਦੀ, ਉਹਦਾ ਉਪਚਾਰ ਕੀਤਾ ਜਾਂਦਾ, ਉਹਨੂੰ ਕਹਿੰਦੇ ਜੀ ਐਕਸ ਸੀਟੂ। ਪਰ ਜੇ ਜਿੱਥੇ ਕੂੜਾ ਪੈਦਾ ਹੋਇਆ ਉੱਥੇ ਹੀ ਜੇ ਉਹਦਾ ਉਪਚਾਰ ਕੀਤਾ ਜਾਂਦਾ, ਉਹਨੂੰ ਕਹਿੰਦੇ ਜੀ ਇਨ ਸੀਟੂ ਰੀਮੀਡੀਏਸ਼ਨ। ਇਨ ਸੀਟੂ, ਐਕਸ ਸੀਟੂ ਦੀ ਐਗਜ਼ਾਮਪਲਾਂ ਵਗੈਰਾ ਅਸੀਂ ਨੈਕਸਟ ਕਲਾਸ 'ਚ ਕਰਦੇ ਹਾਂ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।